ट्रांसपोर्ट हिस्ट्री दे विच ਇਹ ਇੱਕ ਪਹਿਲੀ ਵਾਰੀ ਐਸਾ ਹੋਇਆ ਕਿ ਇੱਕ ਟਰਾਂਸਪੋਰਟ ਕੰਪਨੀ ਦੇ ਸਾਰੇ ਪਰਮਿਟ ਹੀ ਰੱਦ ਕਰਤੇ 200 ਕਰੋੜ ਤੇ 86 ਲੱਖ ਅੱਜ ਉਹਨਾਂ ਦਾ ਟੈਕਸ ਡਿਊ ਆ ਜੀ ਪੀਆਰਟੀਸੀ ਦਾ ਜਿਨ੍ਹਾਂ ਦੀ ਸਾਡੇ ਮੰਤਰੀ ਜੀ ਸਪੋਰਟ ਕਰ ਰਹੇ ਆ ਅਮਰਿੰਦਰ ਸਿੰਘ ਰਾਜਾ ਵੜਿੰਗ ਟਰਾਂਸਪੋਰਟ ਦੇ ਮੰਤਰੀ ਬਣ ਗਏ ਤੇ ਇਹਨਾਂ ਨੇ ਬਣਨ ਸਾਰੀ ਪਹਿਲਾ ਤੋਹਫਾ ਸਾਨੂੰ ਦਿੱਤਾ ਸਾਡੀਆਂ ਫੜ ਕੇ 5 ਬੱਸਾਂ ਅੰਦਰ ਦੇਤੀਆਂ ਆਰਟੀਏ ਸਾਹਿਬ ਨੇ ਸਾਡੀਆਂ ਬੱਸਾਂ ਰਿਲੀਜ਼ ਕਰਤੀਆਂ ਆਰਟੀਏ ਫਰੀਦਕੋਟ ਦੀ ਗੱਲ ਕਰਦਾ ਜਦੋਂ ਰਿਲੀਜ਼ ਕਰਤੀਆਂ ਇਹਨਾਂ ਨੂੰ ਮੰਤਰੀ ਜੀ ਨੂੰ ਪਤਾ ਲੱਗ ਗਿਆ ਵੀ ਇਹਨੇ ਬੱਸਾਂ ਕਿਵੇਂ ਰਿਲੀਜ਼ ਕਰਤੀਆਂ ਅਗਲੇ ਦਿਨ ਸਾਡੀਆਂ ਬੱਸਾਂ ਫੜ ਕੇ ਫਿਰ ਅੰਦਰ ਦੇਤੀਆਂ ਇੱਕ ਨੰਬਰ ਲਾ ਕੇ 4 ਬੱਸਾਂ ਚਲਾਉਣ ਨਾਲ ਸਾਨੂੰ ਇੱਕ ਰਤੀ ਪਰ ਫਾਇਦਾ ਨਹੀਂਗਾ ਜੀ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਸਾਰਿਆਂ ਦਾ ਕੋਟਨ ਕੋਟ ਧੰਨਵਾਦ ਕਰਦਾ ਕਿਉਂਕਿ ਜਦੋਂ ਸਾਰੇ ਦਰਵਾਜ਼ੇ ਬੰਦ ਹੋ ਜਾਂਦੇ ਆ ਤੇ ਫਿਰ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਵੀ ਚੌਥਾ ਦਰਵਾਜ਼ਾ ਮੈਂ ਕਹੂੰ ਥੰਮ ਹਿੰਦੁਸਤਾਨ ਦਾ ਜਿਹਨੂੰ ਆਪਾਂ ਮੀਡੀਆ ਕਹਿੰਦੇ ਆ ਤੇ ਤੁਹਾਡੇ ਸਹਾਰੇ ਨਾਲ ਹੀ ਫਿਰ ਗੱਡੀ ਚੱਲਦੀ ਆ ਸੋ ਮੇਰੀ ਬੇਨਤੀ ਆ ਜੀ ਇਹ ਇੱਕ ਕਿ ਜੋ ਅੱਜ ਆਪਾਂ ਇਹ ਮੁੱਦਾ ਲੈ ਕੇ ਆਏ ਆ ਇਹ ਇੱਕ ਵੈਂਡੇਟਾ ਪੋਲਿਟਿਕਸ ਦਾ ਧੱਕੇਸ਼ਾਹੀ ਦਾ ਅਫਸਰਸ਼ਾਹੀ ਦੇ ਵਿੱਚ ਦਬਦਬਾ ਆਪੋਜੀਸ਼ਨ ਦੀ ਕੋਈ ਗੱਲ ਨਹੀਂ ਸੁਣਨੀ ਆਪਦੀ ਮਨਮਰਜ਼ੀ ਕਰਨੀ ਆ ਕਿਸੇ ਦੀ ਕੋਈ ਪਰਵਾਹ ਨਹੀਂ ਕਰਨੀ ਇੱਥੋਂ ਤੱਕ ਕਿ ਮਾਨਯੋਗ ਹਾਈ ਕੋਰਟ ਦੇ ਹੁਕਮਾਂ ਨੂੰ ਵੀ ਟਿੱਚ ਸਮਝਣਾ ਉਹਨਾਂ ਦੇ ਹੁਕਮਾਂ ਦੀ ਵੀ ਇਹਨਾਂ ਨੇ ਕੋਈ ਪਰਵਾਹ ਨਹੀਂ ਕੀਤੀ ਉਹਨਾਂ ਨੂੰ ਵੀ ਛਿੱਕੇ ਟੰਗਤਾ ਸੋ ਉਸ ਦੇ ਸਬੰਧ ਦੇ ਵਿੱਚ ਮੈਂ ਅੱਜ ਆਪ ਜੀ ਦੇ ਰੂਬਰੂ ਹੋਣ ਵਾਸਤੇ ਇੱਕ ਤਰ੍ਹਾਂ ਦਾ ਆਪ ਜੀ ਦਾ ਸਹਾਰਾ ਲੈ ਕੇ ਇਸ ਸਰਕਾਰ ਨੂੰ ਇਸ ਗੂੰਗੀ ਬਹਿਰੀ ਸਰਕਾਰ ਨੂੰ ਜਗਾਉਣ ਵਾਸਤੇ ਇੱਥੇ ਆਪਣਾ ਤੁਹਾਡੇ ਪਾਸ ਹਾਜ਼ਰ ਹੋਇਆ ਜੀ ਮੇਰੀ ਇੰਟਰੋਡਕਸ਼ਨ ਇਹ ਹੈ ਜੀ ਮੇਰਾ ਨਾਮ ਹਰਦੀਪ ਸਿੰਘ ਡਿੰਪੀ ਢਿੱਲੋਂ ਆ ਜੀ ਮੈਂ 2 ਟਰਾਂਸਪੋਰਟਾਂ ਦਾ ਮਾਲਕ ਹਾਂ ਜੀ ਨਿਊ ਦੀਪ ਬੱਸ ਸਰਵਿਸ ਤੇ ਨਿਊ ਦੀਪ ਆਪਣਾ ਮੋਟਰਸ ਇਹ ਦੋਨੇ ਟਰਾਂਸਪੋਰਟਾਂ ਦਾ ਮੈਂ ਐਮਡੀ ਹਾਂ ਜੀ ਤੇ ਨਾਲ ਹੀ ਮੈਂ ਗਿੱਦੜਵੇ ਦਾ ਰਹਿਣ ਵਾਲਾ ਮੇਰਾ ਕਸੂਰ ਸਿਰਫ ਇਹ ਆ ਕਿ ਮੈਂ ਗਿੱਦੜਵਾ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਕੈਂਡੀਡੇਟ ਹਾਂ ਪਲੱਸ 2017 ਦੇ ਵਿੱਚ ਮੈਂ ਅਮਰਿੰਦਰ ਸਿੰਘ ਰਾਜਾ ਵੜਿੰਗ ਜੋ ਅੱਜ ਟਰਾਂਸਪੋਰਟ ਮੰਤਰੀ ਆ ਉਹਨਾਂ ਦੇ ਅਗੇਂਸਟ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੇ ਮੈਂ ਇਹਨਾਂ ਦੇ ਅਗੇਂਸਟ ਇਲੈਕਸ਼ਨ ਲੜਿਆ ਸੀ ਤੇ 2022 ਦੀ ਵੀ ਮੈਨੂੰ ਟਿਕਟ ਅਨਾਉਂਸ ਕਰ ਦਿੱਤੀ ਸਾਡੇ ਪਾਰਟੀ ਦੇ ਪ੍ਰਧਾਨ ਸਾਹਿਬ ਨੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਨੇ ਤੇ ਉਹਦਾ ਵੈਂਡੇਟਾ ਮੈਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਮੈਨੂੰ ਮੇਰਾ ਫਾਈਨੈਂਸ਼ੀਅਲੀ ਲਾਸ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਕਰਕੇ ਅੱਜ ਹਿਸਟਰੀ ਦੇ ਵਿੱਚ ਟਰਾਂਸਪੋਰਟ ਹਿਸਟਰੀ ਦੇ ਵਿੱਚ ਇਹ ਇੱਕ ਪਹਿਲੀ ਵਾਰੀ ਐਸਾ ਹੋਇਆ ਕਿ ਇੱਕ ਟਰਾਂਸਪੋਰਟ ਕੰਪਨੀ ਦੇ ਸਾਰੇ ਪਰਮਿਟ ਹੀ ਰੱਦ ਕਰਤੇ ਇੱਕ ਵੀ ਨਹੀਂ ਛੱਡਿਆ ਤੇ ਨਾਲ ਇਹ ਵੀ ਤੁਹਾਨੂੰ ਮੈਂ ਇੱਕ ਗੱਲ ਦੱਸਦਾ ਵੀ ਇਕੱਲੀ ਨਿਊ ਦੀਪ ਬੱਸ ਸਰਵਿਸ ਦੇ ਹੀ ਹੋਰ ਨਹੀਂ ਕਿਸੇ ਦੇ ਕੀਤੇ ਕਿਉਂਕਿ ਮੈਂ ਉਹਨਾਂ ਦਾ ਵਿਰੋਧੀ ਹਾਂ ਹੁਣ ਰੱਬ ਜਾਣੇ ਕਿ ਉਹ ਇੰਨਾ ਘਬਰਾਏ ਵੇ ਆ ਇੰਨਾ ਡਰੇ ਵੇ ਆ ਕਿ ਉਸ ਕਰਕੇ ਉਹਨਾਂ ਨੇ ਪਰਮਿਟ ਮੇਰੇ ਸਾਰੇ ਰੱਦ ਕਰਤੇ ਜਾਂ ਉਹਨਾਂ ਦੀ ਕੀ ਮਨਸਾ ਇਹ ਤੁਸੀਂ ਉਹਨਾਂ ਤੋਂ ਪੁੱਛ ਸਕਦੇ ਹੋ ਸੋ ਮੇਰੇ ਕਹਿਣ ਦਾ ਭਾਵ ਇਹ ਆਪਾਂ ਅਗਲੀ ਗੱਲ ਸਟਾਰਟ ਕਰੀਏ ਕਿ 1992 ਦੇ ਵਿੱਚ ਸਰਦਾਰ ਬੇਅੰਤ ਸਿੰਘ ਜੀ ਦੀ ਆਪਣਾ ਗਵਰਨਮੈਂਟ ਹੋਇਆ ਕਰਦੀ ਸੀ ਉਹਨਾਂ ਨੇ ਇੱਕ SRT ਨਾਮ ਦਾ ਟੈਕਸ ਲਾਇਆ ਸੀ ਸਪੈਸ਼ਲ ਰੋਡ ਟੈਕਸ ਪਹਿਲਾਂ ਹੁੰਦਾ ਸੀ ਪੈਸੇਂਜਰ ਟੈਕਸ ਫਿਰ ਸਪੈਸ਼ਲ ਰੋਡ ਟੈਕਸ ਲਗਾਤਾ ਸੀ ਜਿਹੜਾ ਕਿ ਹਰੇਕ ਟਰਾਂਸਪੋਰਟ ਦੀ ਬੱਸ ਤੇ ਨਹੀਂ ਕਿਲੋਮੀਟਰਸ ਤੇ ਮਤਲਬ ਟੈਕਸ ਲੱਗਦਾ ਜਦੋਂ ਵੀ ਸਟੇਟ ਟਰਾਂਸਪੋਰਟ ਕਮਿਸ਼ਨਰ ਸਾਹਿਬ ਕੋਈ ਆਪਾਂ ਨੂੰ ਪਰਮਿਟ ਗ੍ਰਾਂਟ ਕਰਦੇ ਆ ਤਾਂ ਆਟੋਮੈਟਿਕ ਹੀ ਤੁਹਾਡਾ DTO ਆਫਿਸ ਜਾ ਕੇ ਐਡ ਹੋ ਜਾਂਦੇ ਆ ਤੁਹਾਡਾ ਟੈਕਸ ਅਪਡੇਟ ਹੋ ਜਾਂਦਾ ਤੇ ਉਹਦੇ ਅਕੋਰਡਿੰਗ ਸਾਨੂੰ ਟੈਕਸ ਦੇਣਾ ਪੈਂਦਾ ਤੇ ਸਿੰਸ 1992 ਅੱਜ ਤੱਕ ਮਤਲਬ ਕਿ 31/12/2020 ਤੱਕ ਆ ਸਾਡੇ ਕੋਲੇ ਦੋਨਾਂ ਕੰਪਨੀਆਂ ਦੀ
ਰੀਜਨਲ ਟਰਾਂਸਪੋਰਟ ਅਥਾਰਟੀਜ਼ ਦੀਆਂ ਕਲੀਅਰੈਂਸ ਸਰਟੀਫਿਕੇਟ ਆ ਜੀ, ਜਿਹੜੇ ਅੱਜ ਤੱਕ ਅਸੀਂ ਕਦੇ ਵੀ ਟੈਕਸ ਡਿਫਾਲਟਰ ਨਹੀਂ ਹੋਏ, ਨਾ ਸਾਡੀ ਕੋਈ ਗੱਡੀ ਵਿਦਆਊਟ ਟੈਕਸ ਅੱਜ ਤੱਕ ਫੜੀ ਗਈ ਆ, ਨਾ ਕੋਈ ਸਾਡੀ ਗੱਡੀ ਇਸ ਗੱਲ ਦਾ ਕੋਈ ਚਲਾਨ ਹੋਇਆ। ਇਹ ਸੀਗੀ ਜੀ ਪਹਿਲੀ ਗੱਲ। ਅਗਲੀ ਗੱਲ, ਸਾਡੇ ਕੰਪੀਟੀਟਰ PRTC ਪੈਪਸੂ ਰੋਡਵੇਜ਼ ਟਰਾਂਸਪੋਰਟ ਕਾਰਪੋਰੇਸ਼ਨ ਜਿਹੜੇ ਪ੍ਰਾਈਵੇਟਾਂ ਦੇ ਨਾਲ ਕੰਪੀਟੀਸ਼ਨ ਕਰਦੇ ਆ, ਅੱਜ ਉਹਨਾਂ ਦਾ ਟੈਕਸ 200 ਕਰੋੜ ਤੇ 86 ਲੱਖ ਅੱਜ ਉਹਨਾਂ ਦਾ ਟੈਕਸ ਡਿਊ ਆ ਜੀ PRTC ਦਾ, ਜਿਨ੍ਹਾਂ ਦੀ ਸਾਡੇ ਮੰਤਰੀ ਜੀ ਸਪੋਰਟ ਕਰ ਰਹੇ ਆ। ਨੰਬਰ 2, ਤੀਸਰੀ ਗੱਲ, ਕੋਵਿਡ ਦੇ ਦੌਰਾਨ ਚੱਲਦੇ ਸਾਨੂੰ ਅਸੀਂ ਜਾ ਕੇ ਉਦੋਂ ਦੇ ਆਪਣਾ CM ਸਾਹਿਬ ਕੈਪਟਨ ਅਮਰਿੰਦਰ ਸਿੰਘ ਜੀ ਕੋਲੇ ਬੇਨਤੀ ਕੀਤੀ, ਸਾਰੇ ਆਪਰੇਟਰਸ ਨੇ ਮਿਲ ਕੇ, ਕਿ ਸਾਨੂੰ ਜੀ ਕੋਵਿਡ ਦੇ ਹਾਲਾਤਾਂ ਨੂੰ ਮੰਦੇ ਨਜ਼ਰ ਰੱਖਦੇ ਹੋਏ ਸਾਨੂੰ ਟੈਕਸ 'ਚ ਕੁਛ ਰਿਬੇਟ ਦਿੱਤੀ ਜਾਵੇ, ਕੁਛ ਸਾਡਾ ਮਾਫ ਕੀਤਾ ਜਾਵੇ, ਕਿਉਂਕਿ ਬੱਸਾਂ ਨਹੀਂ ਚੱਲੀਆਂ। ਕੈਪਟਨ ਸਾਹਿਬ ਨੇ ਬੀਬਾ ਜੀ ਰਜ਼ੀਆ ਸੁਲਤਾਨਾ ਦੀ ਡਿਊਟੀ ਲਾਤੀ, ਸਰਦਾਰ ਮਨਪ੍ਰੀਤ ਸਿੰਘ ਬਾਦਲ ਸਾਹਿਬ ਵਿੱਚ ਇਨਵੋਲਵ ਹੋਏ, ਸਾਡੀ ਮੀਟਿੰਗ ਹੋਈ, ਸਾਨੂੰ ਇਸ ਗੱਲ ਦਾ ਭਰੋਸਾ ਦਿੱਤਾ ਗਿਆ ਕਿ ਤੁਹਾਡਾ ਟੈਕਸ 31/12/2022 ਤੱਕ ਮਾਫ ਹੋ ਜਾਊਗਾ, ਕਿਉਂਕਿ ਅਸੀਂ ਨਾਲ ਲੇਡੀਜ਼ ਵੀ ਟਰਾਂਸਪੋਰਟ ਦੇ ਵਿੱਚ ਰੋਡਵੇ ਦੇ ਵਿੱਚ ਅਸੀਂ ਫ੍ਰੀ ਕਰਤੀਆਂ। ਇਸ ਕਰਕੇ ਸਾਨੂੰ ਪਤਾ ਤੁਹਾਨੂੰ ਲਾਸ ਬਹੁਤ ਹੋਇਆ, ਤੁਸੀਂ ਬੇਫਿਕਰ ਹੋ ਕੇ ਸਿਰਫ ਇੱਕ ਜਨਤਾ ਦੀ ਸੇਵਾ ਕਰੋ, ਟੈਕਸ ਦੀ ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ, ਅਸੀਂ ਇਹ ਟੈਕਸ ਤੁਹਾਡਾ ਵੇਵ ਕਰ ਦਾਂਗੇ। ਉਸ ਤੋਂ ਉਪਰੰਤ ਅਸੀਂ ਬੇਫਿਕਰ ਹੋ ਕੇ ਘਾਟੇ 'ਚ ਰਹਿ ਕੇ ਵੀ 50% ਕਪੈਸਿਟੀ ਨਾਲ ਅਸੀਂ ਬੱਸਾਂ ਚਲਾਈਆਂ, ਕਿਉਂਕਿ ਅੱਜ ਤੱਕ ਵੀ, ਅੱਜ ਦੀ ਡੇਟ ਤੱਕ ਵੀ 50% ਕਪੈਸਿਟੀ ਸਾਨੂੰ ਅਲਾਊਡ ਆ। ਅਸੀਂ 100% ਅਗਰ ਕਪੈਸਿਟੀ ਲੈ ਕੇ ਜਾਂਦੇ ਹਾਂ ਤਾਂ ਉਹਦਾ ਸਾਡਾ ਚਲਾਨ ਹੁੰਦਾ। ਅਗਲੀ ਗੱਲ ਜੀ, ਇਹ ਐਸਾ ਇੱਕ ਭਾਣਾ ਵਾਪਰਿਆ ਕਿ ਕੈਪਟਨ ਸਾਹਿਬ ਉਤਰ ਗਏ, ਚੰਨੀ ਸਾਹਿਬ ਆਪਣੇ ਮੁੱਖ ਮੰਤਰੀ ਬਣ ਗਏ, ਤੇ ਅਨਫੋਰਚੂਨੇਟਲੀ ਅਮਰਿੰਦਰ ਸਿੰਘ ਰਾਜਾ ਵੜਿੰਗ ਟਰਾਂਸਪੋਰਟ ਦੇ ਆਪਣਾ ਮੰਤਰੀ ਬਣ ਗਏ, ਤੇ ਇਹਨਾਂ ਨੇ ਬਣਨ ਸਾਰੀ ਪਹਿਲਾ ਤੋਹਫਾ ਸਾਨੂੰ ਦਿੱਤਾ, ਸਾਡੀਆਂ ਫੜ ਕੇ 5 ਬੱਸਾਂ ਅੰਦਰ ਦੇਤੀਆਂ। RTA ਸਾਹਿਬ ਨੂੰ ਅਸੀਂ ਇਹ ਪੁੱਛਿਆ ਵੀ ਕਾਹਦੇ 'ਚ ਦਿੱਤੀਆਂ ਜੀ, ਕਹਿੰਦੇ ਜੀ ਤੁਹਾਡਾ ਟੈਕਸ ਡਿਊ ਆ। ਅਸੀਂ ਫਿਰ RTA ਸਾਹਿਬ ਕੋਲੇ ਗਏ, ਸਾਡੇ ਆਪਰੇਟਰ, ਮੈਂ ਤਾਂ ਕੀ ਜਾਣਾ ਸੀ, ਉਹਨਾਂ ਨੇ ਜਾ ਕੇ ਇਹਨਾਂ ਨੂੰ ਮਿਲੇ, ਆਪਣਾ ਮੰਤਰੀ ਜੀ ਨੂੰ, ਵੀ ਸਾਡੇ ਨਾਲ ਆਹ ਤੁਹਾਡੀ ਗਵਰਨਮੈਂਟ ਨੇ ਪ੍ਰੋਮਿਸ ਕੀਤਾ ਜੀ, ਤੇ ਆਹ ਤੁਸੀਂ ਬੱਸਾਂ ਅੰਦਰ ਦੇਣ ਲੱਗ ਗਏ। ਇਹ ਕਹਿੰਦਾ ਜੀ ਮੈਂ ਨਹੀਂ ਟੈਕਸ ਮਾਫ ਕਰਨਾ ਇੱਕ ਵੀ, ਜਿਹਨੇ ਬੱਸਾਂ ਚਲਾਉਣੀਆਂ ਚਲਾਓ, ਚਲਾਉਣੀਆਂ ਤਾਂ ਟੈਕਸ ਭਰੋ, ਨਹੀਂ ਕੰਮ ਕਰੋ। ਚਲੋ ਜੀ, ਅਸੀਂ RTA ਸਾਹਿਬ ਕੋਲੇ ਆਪੋ ਆਪਣੇ ਜਿਵੇਂ ਜਿਵੇਂ ਸੋਰਸਸ ਸੀ ਅਸੀਂ ਪਹੁੰਚੇ, RTA ਸਾਹਿਬ ਕੋਲੇ ਬੇਨਤੀ ਕੀਤੀ ਵੀ ਚਲੋ ਠੀਕ ਆ ਜੀ, ਕੋਈ 2.5 ਕਰੋੜ ਦੇ ਕਰੀਬ ਸਾਡਾ ਟੈਕਸ ਬਣਦਾ ਸੀ। ਅਸੀਂ ਰਿਕੁਐਸਟ ਕੀਤੀ ਵੀ ਸਾਨੂੰ ਜੀ 4 ਇੰਸਟਾਲਮੈਂਟਸ ਬਣਾ ਦਿਓ, ਜਿਹੜੀਆਂ ਕਿ RTA ਰੀਜਨਲ ਟਰਾਂਸਪੋਰਟ ਅਥਾਰਟੀ ਦੇ ਅੰਡਰ ਪਾਵਰ ਆਉਂਦੀਆਂ। 4 ਇੰਸਟਾਲਮੈਂਟਸ ਉਹ ਹਰ ਮਹੀਨੇ ਦੀ ਇੱਕ ਇੰਸਟਾਲਮੈਂਟ ਉਹ ਬਣਾ ਸਕਦੇ ਸੀ। ਅਸੀਂ ਉਹਨਾਂ ਕੋਲੇ ਬੇਨਤੀ ਕੀਤੀ, ਉਹਨਾਂ ਨੇ ਸਾਨੂੰ ਆਹ 4 ਇੰਸਟਾਲਮੈਂਟਸ ਦੋਨਾਂ ਕੰਪਨੀਆਂ ਦੀਆਂ ਬਣਾ ਕੇ ਦਿੱਤੀਆਂ, 4 ਉਹਦੀਆਂ, ਤੇ ਕਹਿੰਦੇ ਜੀ ਪਹਿਲੀ ਇੰਸਟਾਲਮੈਂਟ ਤੁਸੀਂ ਭਰ ਦਿਓ ਤੇ ਤੁਹਾਡੀਆਂ ਬੱਸਾਂ ਸਾਰੀਆਂ ਛੱਡ ਦਾਂਗੇ। ਅਸੀਂ ਜੀ ਪਹਿਲੀ ਇੰਸਟਾਲਮੈਂਟ ਉਹਨਾਂ ਨੂੰ 60 ਲੱਖ ਰੁਪਏ ਦੇ ਕਰੀਬ ਬਣਦੀ ਸੀ, 60-65 ਦੇ ਕਰੀਬ, ਅਸੀਂ ਉਹ ਭਰਤੀ। RTA ਸਾਹਿਬ ਨੇ ਸਾਡੀਆਂ ਬੱਸਾਂ ਰਿਲੀਜ਼ ਕਰਤੀਆਂ। RTA ਫਰੀਦਕੋਟ ਦੀ ਗੱਲ ਕਰਦਾ ਮੈਂ। ਜਦੋਂ ਰਿਲੀਜ਼ ਕਰਤੀਆਂ, ਇਹਨਾਂ ਨੂੰ ਮੰਤਰੀ ਜੀ ਨੂੰ ਪਤਾ ਲੱਗ ਗਿਆ ਵੀ ਇਹਨੇ ਬੱਸਾਂ ਕਿਵੇਂ ਰਿਲੀਜ਼ ਕਰਤੀਆਂ। ਅਗਲੇ ਦਿਨ ਸਾਡੀਆਂ ਬੱਸਾਂ ਫੜ ਕੇ ਫਿਰ ਅੰਦਰ ਦੇਤੀਆਂ। ਅਸੀਂ ਫਿਰ ਗਏ ਵੀ ਦੱਸੋ ਜੀ ਹੁਣ ਕੀ ਪ੍ਰੋਬਲਮ ਆ। ਕਹਿੰਦੇ ਜੀ ਸਾਡੇ ਮੰਤਰੀ ਜੀ ਨਹੀਂ ਮੰਨਦੇ, ਕਹਿੰਦੇ ਸਾਰਾ ਭਰੋਗੇ ਤਾਂ ਛੱਡਾਂਗੇ। ਅਸੀਂ ਉਹਦਾ ਸਹਾਰਾ ਲੈ ਕੇ, ਕਿਉਂਕਿ ਇੰਨੇ ਪੈਸੇ ਕਿਸੇ ਕੋਲ ਵੀ ਨਹੀਂ ਹੁੰਦੇ ਐਟ ਏ ਟਾਈਮ, ਔਰ ਸੀ ਵੀ ਟਰਾਂਸਪੋਰਟ ਦਾ ਧੰਦਾ ਉਸ ਟਾਈਮ ਬੜਾ ਘਾਟੇ 'ਚ, ਕਿਉਂਕਿ ਸਾਰੇ ਕਾਲਜਸ ਬੰਦ ਸੀ, ਸਕੂਲਸ ਬੰਦ ਸੀ, ਸਾਰੀਆਂ ਕੋਰਟਸ ਬੰਦ ਸੀ, ਸਾਰੇ ਅਦਾਰੇ ਬੰਦ ਪਏ ਸੀ, ਔਰ ਦਿਨ ਵੀ ਸਿਰਫ 5 ਵਜੇ ਤੱਕ ਮਤਲਬ ਕਿ ਚੱਲਦਾ ਸੀ, 8-9 ਵਜੇ ਸਟਾਰਟ ਹੁੰਦਾ ਸੀ। ਇਸ ਕਰਕੇ ਟਰਾਂਸਪੋਰਟ ਦੇ ਵਿੱਚ ਇੰਨੀ ਵਾਇਬਿਲਿਟੀ ਨਹੀਂ ਸੀ। ਆਫਟਰ ਦੈਟ ਕੀ ਹੋਇਆ ਜੀ, ਅਸੀਂ ਕੋਰਟ ਦਾ ਸਹਾਰਾ ਲਿਆ, ਹਾਈ ਕੋਰਟ ਦਾ। ਉਹਦੇ 'ਚ ਅਸੀਂ ਰਿਟ ਪਾਈ, ਹਾਈ ਕੋਰਟ ਨੇ ਸਾਨੂੰ ਵਾਪਸ ਭੇਜਤਾ ਕਿ ਮੈਂ ਤੁਹਾਡਾ ਇਹ ਫੈਸਲਾ ਨਹੀਂ ਕਰਨਾ, ਤੁਸੀਂ ਆਪਦੀ ਐਪੀਲੇਟ ਟ੍ਰਿਬਿਊਨਲ ਦੇ ਜਾਓ, ਜਿਹੜੇ ਕਿ ਤੁਹਾਡੇ STC ਬਣਦੇ ਆ। ਅਸੀਂ STC ਸਾਹਿਬ ਕੋਲੇ ਅਪੀਲ ਪਾਤੀ। ਇਸ ਕਾਰਵਾਈ ਤੋਂ ਬਾਅਦ ਇਹ ਸਾਨੂੰ ਜਦੋਂ ਅਪੀਲ ਪਾਈ, ਇਹ ਸਾਨੂੰ ਆਪਣਾ RTA ਦਾ ਆਰਡਰ ਆਇਆ ਵੀ ਮੈਂ ਤੁਹਾਡੀਆਂ ਜਿਹੜੀਆਂ ਇੰਸਟਾਲਮੈਂਟਸ ਬਣਾਈਆਂ ਸੀ ਉਹ ਮੈਂ ਕੈਂਸਲ ਕਰਦਾ। ਜਦੋਂ ਅਸੀਂ ਹਾਈ ਕੋਰਟ ਦੇ ਇਹ ਸਾਡੇ ਕੋਲੇ ਹੁਕਮ ਆਏ, ਇਹਨਾਂ ਹੁਕਮਾਂ ਦੇ ਚੱਲਦੇ ਅਸੀਂ STC ਸਾਹਿਬ ਕੋਲੇ, ਸਟੇਟ ਟਰਾਂਸਪੋਰਟ ਕਮਿਸ਼ਨਰ ਜੀ ਨੂੰ ਕਹਿੰਦੇ ਆ
ਉਹਨਾਂ ਕੋਲੇ ਅਸੀਂ ਅਪੀਲ ਪਾਤੀ। ਆ ਸਾਡੀ ਐਡੀ ਵੱਡੀ ਅਪੀਲ ਸਟੇਟ ਟਰਾਂਸਪੋਰਟ ਕਮਿਸ਼ਨਰ ਜੀ ਕੋਲੇ ਅੱਜ ਪੈਂਡਿੰਗ ਪਈ ਆ। ਜਿਹੜਾ ਉਹਨਾਂ ਨੇ ਇਹ ਫੈਸਲਾ ਕਰਨਾ, ਆ ਸਾਡੇ ਉਹਨਾਂ ਦੇ ਡਾਇਰੀ ਨੰਬਰ ਸਾਡੇ ਕੋਲੇ ਪਏ ਆ, ਜਿਹੜੇ STC ਸਾਹਿਬ ਨੇ ਸਾਨੂੰ ਲਾ ਕੇ ਦਿੱਤੇ। ਤੇ ਇਹ ਦੋਨੇ ਅਪੀਲਾਂ STC ਸਾਹਿਬ ਕੋਲੇ ਸਾਡੀਆਂ ਪੈਂਡਿੰਗ ਪਈਆਂ। ਅਸੀਂ ਤਾਂ ਵੇਟ ਕਰ ਰਹੇ ਸੀ ਵੀ ਸਾਨੂੰ ਡੇਟ ਮਿਲੂਗੀ, ਅਸੀਂ ਆਪਦੀ ਆਰਗੂਮੈਂਟ ਕਰਾਂਗੇ, ਸਾਨੂੰ ਰਿਲੀਫ ਮਿਲਦੀ ਆ ਨਹੀਂ ਮਿਲਦੀ। ਇਨ ਦਾ ਮੀਨ ਟਾਈਮ ਅਸੀਂ ਕੋਈ ਆਪਦੇ ਪੈਸੇ ਧੇਲੀ ਦਾ ਇੰਤਜ਼ਾਮ ਕਰਕੇ ਕੋਈ ਟੈਕਸ ਭਰਨ ਵੱਲ ਨਹੀਂ ਜਾਵਾਂਗੇ। ਔਰ ਅਸੀਂ ਐਫੀਡੇਵਿਟ ਵੀ ਦਿੱਤਾ ਹੋਇਆ ਵੀ ਅਸੀਂ ਗਵਰਨਮੈਂਟ ਦੇ ਟੈਕਸ ਤੋਂ ਕਦੇ ਭੱਜਦੇ ਨਹੀਂ, ਅਸੀਂ ਟੈਕਸ ਭਰਾਂਗੇ। ਇਨ ਦਾ ਮੀਨ ਟਾਈਮ ਇਹ ਤਾਂ ਹਜੇ ਅਪੀਲਾਂ ਤਾਂ ਸਾਡੀਆਂ ਸੰਨੇ ਰਹਿ ਗਈਆਂ। ਤੇ ਫਰਾਈਡੇ ਵਾਲੇ ਦਿਨ ਸਾਨੂੰ ਇੱਕ ਆਰਡਰ ਮਿਲ ਗਿਆ ਕਿ ਤੁਹਾਨੂੰ ਟੈਕਸ ਡਿਫਾਲਟਰ ਹੋਣ ਦੇ ਨਾਤੇ ਤੁਹਾਡੇ ਦੋਨਾਂ ਕੰਪਨੀਆਂ ਦੇ, ਆ ਮੇਰੀ ਨਿਊਦੀਪ ਬੱਸ ਸਰਵਿਸ ਆ ਜੀ ਨਾ, ਇਹ ਸਾਰਾ ਦਾ ਸਾਰਾ ਇੱਕ ਸਾਜ਼ਿਸ਼ ਘੜੀ ਗਈ ਸੀ ਸਾਡੇ ਅਗੇਂਸਟ। ਐਡਿਟ ਕਰ ਕਰਕੇ ਉਹਨਾਂ ਦੇ ਵਿੱਚ ਆਪਣਾ ਨੰਬਰ ਲਾਏ ਹੋਏ ਸੀ। ਮੈਂ ਇੱਕ ਗੱਲ ਤੁਹਾਨੂੰ ਸਾਰਿਆਂ ਨੂੰ ਬੜੀ ਕਲੀਅਰ ਦੱਸ ਦਿੰਦਾ ਜੀ ਕਿ ਇੱਕ ਨੰਬਰ ਲਾ ਕੇ 4 ਬੱਸਾਂ ਚਲਾਉਣ ਨਾਲ ਸਾਨੂੰ ਇੱਕ ਰਤੀ ਪਰ ਫਾਇਦਾ ਨਹੀਂਗਾ ਜੀ, ਸਾਨੂੰ ਫਾਇਦਾ ਹੀ ਕੋਈ ਨਹੀਂ ਉਹਦਾ। ਕਿਉਂਕਿ ਬੱਸ ਆ ਨਾ ਜਿਹੜੀ ਸਾਡੀ ਇੱਕ ਬੱਸ, ਉਸ ਤੇ ਕੋਈ ਟੈਕਸ ਨਹੀਂਗਾ ਜੀ। ਅਸੀਂ ਕਿਉਂ 2 ਨੰਬਰ ਲਾਵਾਂਗੇ? 2 ਬੱਸਾਂ ਤੇ 1 ਨੰਬਰ ਕਿਉਂ ਲਾਵਾਂਗੇ ਜਦੋਂ ਸਾਨੂੰ ਟੈਕਸ ਹੀ ਨਹੀਂ ਪੈਂਦਾ? ਜੇ ਤਾਂ ਅਸੀਂ ਇੱਕ ਬੱਸ ਦਾ ਟੈਕਸ ਬਚਾਉਣਾ ਹੋਵੇ ਨਾ, ਫਿਰ ਤਾਂ ਅਸੀਂ 2 ਨੰਬਰ ਲਾਈਏ। ਟੈਕਸ ਤਾਂ ਸਾਨੂੰ ਕਿਲੋਮੀਟਰਸ ਤੇ ਪੈਣੇ ਆ। ਜੋ STC ਸਾਹਿਬ ਨੇ, ਸਟੇਟ ਟਰਾਂਸਪੋਰਟ ਕਮਿਸ਼ਨ ਨੇ ਸਾਨੂੰ ਪਰਮਿਟ ਦੇਤਾ, ਉਸ ਪਰਮਿਟ ਦੇ ਅਕੋਰਡਿੰਗ ਸਾਨੂੰ ਟੈਕਸ ਪੈਣਾ। ਚਾਹੇ ਬੱਸਾਂ ਸਾਡੇ ਕੋਲੇ 2 ਆ, ਚਾਹੇ 4 ਆ, ਚਾਹੇ 8 ਆ, ਉਹਨਾਂ ਦਾ ਸਾਨੂੰ ਕੋਈ ਟੈਕਸ ਨਹੀਂ। ਅਸੀਂ ਕਿਉਂ ਮਤਲਬ ਕਿ ਲਾਵਾਂਗੇ ਨੰਬਰ?